नज़र आ जाएगी गेज इसकी? हाँ जी, हाँ जी। जी खुरम साहब, ये इस इंस्ट्रूमेंट का नाम बताएं, पंजाबी च कर लो तो ज़्यादा चंगा है। तो टेंशोमीटर का नाम तुसीं दस रहे हो? जी जी। टेंशोमीटर का की सर फंक्शन है, तो ਇਹਦਾ ਕੀ ਇਸਤੇਮਾਲ ਹੈ? ਜਿਹੜੀ ਮੈਨੂੰ ਸਮਝ ਆਈ, ਤੁਸੀਂ ਆपाशी ਦੇ ਬਾਰੇ ਚ ਕੋ ਦੱਸਣ ਲੱਗੇ ਜੀ ਜੀ। ਅੱਛਾ, ਇੱਕ ਸਾਡਾ ਜਿਵੇਂ ਪਹਿਲੇ ਤੁਹਾਨੂੰ ਦੱਸਿਆ ਸੀ ਕਮੇਲੇ ਆਉਂਦਾ, ਇੱਕ ਹੈਗਾ ਟੈਂਸ਼ੋਮੀਟਰ ਜੀ। ਟੈਂਸ਼ਨ ਹਰ ਬੰਦੇ ਨੂੰ ਪਤਾ, ਪੰਜਾਬੀ ਦਾ ਲਫ਼ਜ਼ ਹੈ, ਜੀ। ਜਾਂ ਸਮਝੋ ਹਰ ਕਿ ਟੈਂਸ਼ਨ ਯਾਨੀ ਕਿ ਨਾ ਦੱਸਦਾ ਹੈ। ਜੀ। ਅੱਛਾ, ਦੱਸਦਾ ਇਹ ਇੰਤਹਾਈ ਇੱਕ ਫਰੈਂਡਲੀ ਹੈ। ਹਰ ਜ਼ਿੰਮੇਦਾਰ ਬੇਸ਼ੱਕ ਪੜ੍ਹਿਆ ਲਿਖਿਆ ਨਹੀਂ, ਪੜ੍ਹਿਆ ਲਿਖਾ ਸਿਰਫ ਉਹਦੀ ਨਜ਼ਰ ਹੋਣੀ ਚਾਹੀਦੀ ਹੈ ਵੇਖਣ ਵਾਲੀ, ਤੇ ਉਹਦੇ ਵਾਸਤੇ ਬੜਾ ਫਰੈਂਡਲੀ ਇੱਕ ਟੂਲ ਹੈ ਜਿਹੜਾ ਨਾ ਅਸੀਂ ਜ਼ਮੀਨ 'ਚ ਇਹਨੂੰ ਮਤਲਬ ਕਿ ਨਾ ਕਿਸੇ ਵੀ ਗਹਿਰਾਈ ਦੇ ਉੱਤੇ ਇਹਨੂੰ ਅਸੀਂ ਲਾ ਦਿੰਦੇ ਹਾਂ। ਫਰਜ਼ ਕਰੋ ਇਹ ਜਿਹੜਾ ਮੈਂ ਲਾਇਆ ਅਸੀਂ 8 ਇੰਚ ਦੇ ਉੱਤੇ ਨਾ, ਉੱਤੇ ਮੈਂ ਲਿਖਿਆ 8 ਇੰਚ ਦੇ ਉੱਤੇ। ਠੀਕ ਹੈ। ਤੇ ਇਹ ਦੀ ਇੱਕ ਸਮਝੋ ਕਿ ਛੋਟਾ ਜਿਹਾ ਪਾਈਪ ਹੈ ਜਿਹਦੇ 'ਚ ਅਸੀਂ ਇਹਨੂੰ ਪਾਣੀ ਨਾਲ ਫਿਲ ਕੀਤਾ। ਠੀਕ ਹੈ। ਅੱਛਾ, ਪਾਣੀ ਜਿਹੜਾ ਅਸੀਂ ਇਹਦੇ ਵਿੱਚ ਪਾਣਾ ਹੈ ਅਸੀਂ ਆਮ ਪਾਣੀ ਨਹੀਂ ਪਾਣਾ, ਮਤਲਬ ਆਮ ਜਿਹਾ ਟਿਊਬਵੈਲ ਦਾ, ਹਮੇਸ਼ਾ ਜਾਂ ਤੇ ਮਿਨਰਲ ਵਾਟਰ ਹੋਏ, ਜਾਂ ਅਗਰ ਘਰ ਦਾ ਪਾਣੀ ਤੇ ਉਹਨੂੰ ਪਹਿਲੇ ਬੋਇਲ ਕਰਕੇ ਠੰਡਾ ਕਰਕੇ ਫਿਰ ਪਾਣਾ। ਉਹਦੀ ਵਜ੍ਹਾ ਕੀ ਵਜ੍ਹਾ ਹੈ ਕਿ ਅਗਰ ਤੇ ਆਮ ਪਾਣੀ ਹੋਵੇ ਉਹਦੇ ਚ ਨਮਕੀਆਤ ਹੋ ਸਕਦੇ ਨੇ। ਅਗਰ ਨਮਕੀਆਤ ਹੋਣਗੇ ਤੇ ਜਿਹੜਾ ਥੱਲੇ ਇਹਦਾ ਥੱਲੇ ਕੱਪ ਹੁੰਦਾ ਹੈ ਨਾ ਛੋਟਾ, ਜਿਹਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ ਜਿਹੜੇ ਮਸਾਮ ਨੇ, ਜਿਹੜੇ ਜ਼ਮੀਨ ਦੇ ਪੋਰਸ ਨੇ, ਉਹ ਪਾਣੀ ਖਿੱਚਦੇ ਨੇ। ਠੀਕ ਹੈ। ਤੇ ਉਹਨੂੰ ਬੰਦ ਕਰ ਦੇਗਾ। ਅੱਛਾ, ਇਹਦਾ ਜਿਹੜਾ ਮੇਜਰ ਫੰਕਸ਼ਨ ਹੈ, ਅਸੀਂ ਇਹਨੂੰ ਜ਼ਮੀਨ 'ਚ 6 ਇੰਚ ਦੇ ਉੱਤੇ, 8 ਇੰਚ ਦੇ ਉੱਤੇ, 10 ਇੰਚ ਤੇ ਅਸੀਂ ਇਹਨੂੰ ਬੜੇ ਇੱਕ ਛੋਟਾ ਜਿਹਾ ਸੁਰਾਖ ਕਰਕੇ ਕਿਸੇ ਪਾਈਪ ਨਾਲ ਇਹਨੂੰ ਅਸੀਂ ਬੜੇ ਆਰਾਮ ਨਾਲ ਉੱਥੇ ਨੂੰ ਗੱਡ ਦਿੰਦੇ ਹਾਂ। ਫਿਰ ਅਸੀਂ ਇਹਨੂੰ ਪਾਣੀ ਨਾਲ ਭਰ ਦਿੰਦੇ ਹਾਂ। ਹੁਣ ਤੁਸੀਂ ਅਗਰ ਇਹ ਕੈਮਰਾ ਇੱਥੇ ਕਰੋ, ਇਹ ਨਾਲ ਇੱਕ ਨਾ ਗੇਜ ਲੱਗੀ ਹੋਈ ਹੈ ਇਸ ਟਾਈਮ। ਅਗਰ ਥੋੜਾ ਜਿਹਾ ਕਵਰ ਦਾ ਹੈ ਜਰਾ ਡਲ ਜਾ, ਮੈਂ ਇਹਨੂੰ ਉਤਾਰ ਨਹੀਂ ਉਤਰੇਗਾ ਨਹੀਂ। ਅਗਰ ਫਿਕਸ ਹੋਇਆ ਹੋਇਆ ਨਾ। ਅੱਛਾ ਜੀ, ਚਲੋ ਨਜ਼ਰ ਆ ਰਹੀ ਹੈ, ਨਜ਼ਰ ਆ ਰਹੀ ਹੈ ਇਸ ਟਾਈਮ। ਤਕਰੀਬਨ ਜਿਹੜੀ ਸੂਈ ਹੈ ਨਾ ਜੀ, ਉਹ ਹੈ ਜੇ 60 ਦੇ ਉੱਤੇ। ਠੀਕ ਹੈ। ਅੱਛਾ, ਇਹਦੀ ਜਿਹੜੀ ਹੈ ਨਾ ਜੀ ਗੇਜ, ਇਹ ਹੈਗੀ 0 ਤੋਂ ਲੈ ਕੇ 100 ਤੱਕ। ਠੀਕ ਹੈ। ਯੂਨਿਟ ਦਾ ਹੈਗਾ ਸੈਂਟੀ ਬਾਰ। ਅਸੀਂ ਜ਼ਿੰਮੇਦਾਰ ਦੀ ਸਹੂਲਤ ਵਾਸਤੇ ਉਹਨੂੰ ਛੱਡ ਦੇਣੇ ਕਿ ਜੀ ਉਹ ਚੱਕਰਾਂ 'ਚ ਵੀ ਨਾ ਪਵੇ। ਠੀਕ ਹੈ। ਅੱਛਾ, 0 ਤੋਂ ਲੈ ਕੇ ਅਗਰ ਥੋੜਾ ਜਿਹਾ ਸ਼ਫਾਫ ਨਜ਼ਰ ਨਹੀਂ ਆ ਰਿਹਾ, ਅਸੀਂ ਇਹਦੇ 'ਚ ਨਾ ਕਲਰ ਸਕੀਮ ਇੱਕ ਦਿੱਤੀ ਹੋਈ ਹੈ। ਅੱਛਾ, 0 ਤੋਂ ਲੈ ਕੇ 14 ਤੱਕ ਤੁਸੀਂ ਇੱਥੇ ਦੇਖੋਗੇ, ਇੱਥੇ ਨਾ ਅਸੀਂ ਇਹਨੂੰ ਦਿੱਤਾ ਜਾਮਨੀ ਰੰਗ ਜੀ। 14 ਤੋਂ ਲੈ ਕੇ ਫਿਰ 70 ਤੱਕ ਤਕਰੀਬਨ ਅਗਰ ਇਹ ਨਜ਼ਰ ਆ ਰਿਹਾ, ਸਬਜ਼ ਰੰਗ ਅਸੀਂ ਦਿੱਤਾ ਹੋਇਆ। ਠੀਕ ਹੈ। ਅਗਰ ਤੇ ਸੂਈ ਇਸ ਸਬਜ਼ ਦੇ ਵਿਚਕਾਰ ਹੈ ਨਾ ਜੀ, ਫਿਰਦੀ ਪਈ, ਇਹਦਾ ਮਤਲਬ ਹੈ ਕਿ ਜੀ ਉਹੀ ਗੱਲ ਜਿਵੇਂ ਉਹਦੇ ਸਬਜ਼ ਬੱਤੀ ਸੀ ਕਿ ਤੁਹਾਡੇ ਥੱਲੇ ਉਸ ਗਹਿਰਾਈ ਦੇ ਉੱਤੇ ਬੜਾ ਅੱਛਾ ਵੱਤਰ ਮੌਜੂਦ ਹੈ। ਸਹੀ। ਤੇ ਜ਼ਿੰਮੇਦਾਰ ਨੂੰ ਬਿਲਕੁਲ ਪਰੇਸ਼ਾਨੀ ਨਹੀਂ ਲੈਣੀ ਚਾਹੀਦੀ ਕਿ ਮੇਰੀ ਮਤਲਬ ਕਹਿੰਦਾ ਜੀ ਮੈਨੂੰ ਪਾਣੀ ਲਾਉਣ ਦੀ ਲੋੜ ਹੈਗੀ ਹੈ। ਸਹੀ ਹੈ। ਜੋ ਪੌਦੇ ਨੂੰ ਵੱਤਰ ਚਾਹੀਦਾ ਉਹ ਥੱਲੋਂ ਨੂੰ ਲੈ ਰਿਹਾ ਉਹ। ਠੀਕ। ਇਹ ਸਾਡਾ ਇੱਕ ਯਾਨੀ ਕਿ ਇੱਕ ਹੈਲਪਿੰਗ ਟੂਲ ਹੈ ਜ਼ਿੰਮੇਦਾਰ ਵਾਸਤੇ ਕਿ ਜੀ ਉਹ ਆਪਣਾ ਡਿਸੀਜਨ ਲਵੇ ਕਿ ਮੈਂ ਪਾਣੀ ਕਿਦੋਂ ਲਾਣਾ ਹੈ। ਜਦੋਂ ਸੂਈ ਸਬਜ਼ ਨੂੰ ਕ੍ਰਾਸ ਕਰੇਗੀ, ਅੱਗੇ ਅਸੀਂ ਹਲਕਾ ਜਿਹਾ ਯੈਲੋ ਕਲਰ ਹੈ, ਇਹ ਮਤਲਬ ਕਿ ਇਹ ਕੋਈ ਜਾਂਦਾ 70 ਤੱਕ ਜਾਂਦਾ ਹੈ। ਤੇ ਯੈਲੋ ਚ ਵੀ ਅਗਰ ਉਹ ਮਤਲਬ ਕਿ ਸਮਝਦਾ ਕਿ ਮੇਰੀ ਫਸਲ ਕੋ ਪਾਣੀ ਦੀ ਵਾਰੀ ਹੈ, ਉਹ ਸਮਝਦਾ ਕਿ ਮੇਰੀ ਪਾਣੀ ਦੀ ਵਾਰੀ ਹਾਲੀ 2 ਦਿਨ ਬਾਅਦ ਆਣੀ ਹੈ, ਉਹ ਯੈਲੋ ਤੋਂ ਸੂਈ ਚਲੀ ਗਈ, ਉਹ ਪਰੇਸ਼ਾਨ ਨਾ ਹੋਵੇ, ਉਹ ਵੇਟ ਕਰ ਸਕਦਾ। ਤੇ ਉਸ ਤੋਂ ਬਾਅਦ ਅੱਗੋਂ ਆ ਜਾਂਦੀ ਰੈੱਡ ਜ਼ੋਨ ਜੀ। ਹਾਂ, ਰੈੱਡ ਤੱਕ ਫਿਰ ਅਸੀਂ ਕਹਿੰਦੇ ਹਾਂ ਕਿ ਜਦੋਂ ਰੈੱਡ ਤੱਕ ਪਹੁੰਚਣਾ ਸੂਈ ਉਸ ਤੋਂ ਪਹਿਲੇ ਯੈਲੋ ਦੇ ਵਿੱਚ ਉਹ ਆਪਣਾ ਇਰੀਗੇਸ਼ਨ ਆਪਣੀ ਫਸਲ ਦੀ ਕਰ ਲਵੇ, ਪਾਣੀ ਲਾ ਦੇਵੇ। ਠੀਕ ਹੋ ਗਿਆ। ਤੇ ਲਿਹਾਜ਼ਾ ਉਹ ਅਸੀਂ ਬੜਾ ਇਹਨੂੰ ਫਰੈਂਡਲੀ ਬਣਾਤਾ, ਇਹਦੀ ਕਲਰ ਸਕੀਮ ਤੇ ਲਾਤੀ ਹੈ। ਅਗਰ ਤਾਂ ਸਬਜ਼ ਦੇ ਵਿੱਚ ਸੂਈ ਫਿਰਦੀ ਪਈ ਹੈ, ਫਿਰ ਤੇ ਉਹਨੂੰ ਪਰੇਸ਼ਾਨੀ ਲੈਣ ਦੀ ਲੋੜ ਹੀ ਕੋਈ ਨਹੀਂ ਕਿ ਉਹ ਪਾਣੀ ਲਾਵੇ। ਸਬਜ਼ ਤੋਂ ਬਾਅਦ ਅਗਰ ਪੀਲੀ 'ਚ ਜਾਂਦਾ, ਪੀਲੀ 'ਚ ਫਿਰ ਹੈਗਾ ਕਿ ਅਗਰ ਤੇ ਉਹਨੂੰ ਪਾਣੀ ਉਸ ਦਿਨ ਅਵੇਲੇਬਲ ਹੈਗਾ, ਉਹਦੀ ਵਾਰੀ ਆ ਗਈ ਹੈ, ਪਾਣੀ ਲਾ ਦੇਵੇ, ਨਹੀਂ ਆਉਂਦੀ 2 ਦਿਨ ਬਾਅਦ ਆਉਂਦੀ, ਉਹ ਵੇਟ ਕਰ ਸਕਦਾ ਹੈ। ਲੇਕਿਨ ਇਹ ਵੀ ਕਿ ਲਾਲ ਤੱਕ ਉਹ ਕੋਸ਼ਿਸ਼ ਕਰੇ ਕਿ ਲਾਲ ਤੱਕ ਸੂਈ ਨਾ ਜਾਏ। ਕਿਉਂ ਕਿ ਲਾਲ ਤੱਕ ਅੱਛਾ ਬੇਸਿਕਲੀ ਲਾਲ 'ਚ ਵੀ ਜਾਣ ਦਾ ਇੰਨਾ ਨੁਕਸਾਨ ਨਹੀਂ, ਇਹਦੇ ਵਿੱਚ ਹਾਲੀ ਵੀ ਕੁਸ਼ਨ ਹੈ, ਲੇਕਿਨ ਪੌਦਾ ਵੀ ਦੇਖੋ ਜੀ ਇੱਕ ਜਾਨਦਾਰ ਹੈ, ਉਹਨੂੰ ਸਟ੍ਰੈਸ ਆ ਸਕਦਾ ਜੀ। ਇੱਕ ਯੂਨੀਵਰਸਲ ਸਾਇੰਸਦਾਨਾਂ ਦਾ ਇੱਕ ਬਣਿਆ ਹੋਇਆ ਸੋਕਾ ਆ ਸਕਦਾ। ਹਾਂਜੀ, ਬਣਿਆ ਹੋਇਆ ਕਿ ਜੀ ਗਲਾਸ ਪੂਰਾ ਨਾ ਜੀ, ਪੂਰਾ ਜੀ, ਤੇ ਉਹ ਪੂਰਾ ਜਦੋਂ ਗਲਾਸ ਥੱਲੋਂ ਦੂਜੇ ਕੋ ਸੁਰਾਖ ਕਰਦੇ ਹੋ, ਪਾਣੀ ਉਹਦਾ ਘਟਣਾ ਸ਼ੁਰੂ ਹੋ ਜਾਏਗਾ ਜੀ। ਲੇਕਿਨ ਸਾਇੰਸ ਕਹਿੰਦੀ ਹੈ ਕਿ ਜਦੋਂ ਅੱਧਾ ਗਲਾਸ ਖਾਲੀ ਹੋ ਜਾਏ, ਅੱਧਾ ਰਹਿ ਜਾਏ, ਤੁਸੀਂ ਦੁਬਾਰਾ ਫਿਰ ਉਹਨੂੰ ਰੀਫਿਲ ਕਰ ਦਿਓ। ਠੀਕ। ਦੁਬਾਰਾ ਫਿਰ ਉਹਨੂੰ ਪਾਣੀ ਲਾ ਦਿਓ, 50 ਤੋਂ ਥੱਲੇ ਨਾ ਜਾਣ ਦਿਓ, ਕਿਉਂਕਿ ਪੌਦੇ ਦੀ ਇੱਕ ਸਿਹਤ ਹੈ, ਅਗਰ ਉਹਨੂੰ ਸੋਕਾ ਲੱਗ ਗਿਆ, ਕੋਈ ਐਸੀ ਸਟੇਜ ਹੁੰਦੀ ਹੈ ਪੌਦੇ ਦੀ ਫਸਲ ਦੀ ਕਿ ਉਸ ਸਟੇਜ ਅਗਰ ਉਹਨੂੰ ਸੋਕਾ ਲੱਗ ਗਿਆ ਤੇ ਫਿਰ ਸਮਝੋ ਉਹ ਬਾਅਦ ਚ ਜਿੰਨਾ ਮਰਜ਼ੀ ਤੁਸੀਂ ਪਾਣੀ ਲਾ ਦਿਓ, ਬਾਰਿਸ਼ਾਂ ਹੋ ਜਾਣ, ਉਹ ਸੋਕਾ ਉਹਦਾ ਰਿਕਵਰ ਨਹੀਂ ਹੋ ਸਕੇਗਾ। ਯਾਨੀ ਉਹਨੂੰ ਤੁਸੀਂ ਪਰਮਾਨੈਂਟ ਵਿਲਟਿੰਗ ਪੁਆਇੰਟ ਤੇ ਚਲਾ ਜਾਏਗਾ, ਮੁਰਝਾਣ ਤੋਂ ਬਚਾ ਲਓ। ਹਾਂ, ਤੇ ਇਸ ਵਾਸਤੇ ਨਾ ਜੀ ਹਮੇਸ਼ਾ ਜਿਹੜਾ ਹੈਗਾ ਕਿ 50% ਤੱਕ ਤੁਸੀਂ ਵੇਟ ਕਰ ਸਕਦੇ ਹੋ। ਤੇ ਜਿਹੜੀ ਆ ਸਾਡੀ ਸਬਜ਼ ਲਾਈਨ ਹੈ, ਇਹ ਤੇ 50 ਦੇ ਉੱਤੇ ਵੇ, ਜਿਹੜੀ ਸਾਡੀ ਇਹ ਹੈਗੀ ਨਾ ਜੀ ਪੀਲੀ ਜਿਹੜੀ ਅਸੀਂ ਸ਼ੋਅ ਕੀਤੀ ਹੈ, ਇਹ ਸਮਝੋ 50 ਦੇ ਕੋਲ ਚਲੀ ਜਾਂਦੀ ਹੈ, ਤੇ ਜਿਹੜੀ ਲਾਲ ਫਿਰ 50 ਤੋਂ ਥੱਲੇ ਜਾਣਾ ਸ਼ੁਰੂ ਹੋ ਜਾਂਦੀ ਹੈ। ਤੇ ਜਾਮਨ ਵਾਲੀ ਜਿਹੜੀ ਜਾਮਨੀ ਉਹ ਬਿਲਕੁਲ ਹੈਗੀ ਤਰਵੱਤਰ। ਤੁਸੀਂ ਤਰਵੱਤਰ, ਹਾਂ, ਉਹ ਜਿਵੇਂ ਤੁਸੀਂ ਜ਼ਿੰਮੇਦਾਰ ਨੇ ਪਾਣੀ ਲਾਇਆ, ਜਿਵੇਂ ਬਾਰਿਸ਼ ਬੜੀ ਦੱਬ ਕੇ ਬਾਰਿਸ਼ ਹੋ ਗਈ ਹੈ, ਉਹ ਜਿਹੜਾ ਜਿਵੇਂ ਕਿਚੜ ਬਣਿਆ ਹੁੰਦਾ, ਉਹ ਜਿਹੜੀ ਜਾਮਨ ਵਾਲਾ ਰੰਗ ਹੈ ਉਹ ਤਾੜੋ ਵਾਲਾ ਜੇ। ਜਾਮਨ ਤੋਂ ਬਾਅਦ ਜਦੋਂ ਸੂਈ ਚੜਨਾ ਸ਼ੁਰੂ, ਹੁਣ ਇਸ ਟਾਈਮ ਵੇਖੋ ਜੀ 60 ਤੇ ਹੈਗਾ ਨਾ, ਇਸ ਟਾਈਮ ਉਹ ਬਿਲਕੁਲ ਬਾਰਡਰ ਉਹਨੇ ਕ੍ਰਾਸ ਕਰ ਰਿਹਾ ਸਬਜ਼ ਵਾਲਾ, ਤੇ ਪੀਲੀ 'ਚ ਚਲੀ ਗਈ ਹੈ। ਯਾਨੀ ਅਗਰ ਅਸੀਂ ਹੁਣ ਇਹਨੂੰ ਪਾਣੀ ਲਾਣਾ ਚਾਹੀਦਾ, ਇਹਨੂੰ ਪਾਣੀ ਲਾ ਸਕਦੇ ਹਾਂ।
ਠੀਕ ਲੇਕਿਨ ਹਾਲੀ ਵੀ ਫਰਜ਼ ਕਰੋ ਅਸੀਂ 1-2 ਦਿਨ ਕਿਉਂਕਿ ਰਾਤ ਨੂੰ ਥੋੜਾ ਜਿਹਾ, ਲੇਕਿਨ ਹਰ ਇੰਨੀ ਰਾਤ ਦੀ ਬਾਰਿਸ਼ ਨਹੀਂ ਹੋਈ ਜੀ ਕਿ ਉਹ ਪਾਣੀ ਉੱਤੇ ਤੱਕ ਰਿਹਾ, ਉੱਤੇ ਤਾਂ ਹਲਕੀ ਮਿੱਟੀ ਤੁਹਾਨੂੰ ਨਜ਼ਰ ਆ ਰਿਹਾ ਥੋੜਾ ਜਿਹਾ ਹੈ, ਲੇਕਿਨ ਇੰਨਾ ਹੈ ਲੇਕਿਨ ਥੱਲੇ ਵੀ ਮਤਲਬ ਕਿ ਵੱਤਰ ਹਾਂਜੀ ਹੈ ਜੀ ਲੇਕਿਨ ਇਹ ਕਿਉਂਕਿ ਲੱਗਾ ਹੋਇਆ ਹੈ 8 ਇੰਚ ਦੇ ਉੱਤੇ, ਤੇ ਜਿਹੜੀ ਬਾਰਿਸ਼ ਰਾਤੀ ਹੋਈ ਥੋੜੀ ਬਹੁਤੀ ਮਤਲਬ ਉਹ ਇੱਥੇ ਤੱਕ ਤੇ ਰਹੀ ਹੈ, ਜੀ ਲੇਕਿਨ ਉਹ 8 ਇੰਚ ਤੱਕ ਨਹੀਂ ਗਈ, ਤਦ ਇਹਦੀ ਸੂਈ ਵਾਪਸ ਨਹੀਂ ਆਈ। ਜਦੋਂ ਹੁੰਦੀ ਨਾ ਜ਼ਿਆਦਾ ਬਾਰਿਸ਼, ਅਗਰ ਬਾਰਿਸ਼ ਹੀ ਹੋ ਜਾਏਗੀ ਤੁਸੀਂ ਆਪੇ ਮੋਨੀਟਰ ਕਰੋਗੇ ਕਿ ਸੂਈ ਆਟੋਮੈਟਿਕਲੀ ਵਾਪਸ ਆਣਾ ਸ਼ੁਰੂ ਹੋ ਜਾਏਗੀ। ਠੀਕ ਹੋ ਠੀਕ ਤੇ ਇਹ ਦਾ ਬੜਾ ਇੱਕ ਨਾ ਇਹ ਬੜਾ ਜ਼ਬਰਦਸਤ ਆਈ ਥਿੰਕ ਹਾਂ ਇਹ ਜਿਹੜਾ ਸਾਡਾ ਆਲਾ PCRWR ਇਹਨੂੰ ਬਣਾਉਂਦਾ ਖੁਦ ਹੀ, ਜੀ ਕਿਉਂਕਿ ਇਹ ਅਮਰੀਕਾ ਦੀ ਬੇਸਿਕਲੀ ਜਾ ਸੀ, ਅਮਰੀਕਾ ਜਿਹਦੇ ਕਮ ਸੇ ਕਮ ਇਹ ਆਲਾ ਪਾਕਿਸਤਾਨੀ ਇਸ ਟਾਈਮ 25-30 ਰੁਪਏ ਦਾ ਮਿਲਦਾ, ਜੀ ਜਿਹੜਾ ਅਸੀਂ PCRWR ਜ਼ਿੰਮੇਦਾਰ ਨੂੰ ਦੇ ਰਿਹਾ ਉਹ ਸਿਰਫ ਨੋ ਪ੍ਰੋਫਿਟ ਨੋ ਲਾਸ ਤੇ ਦੇ ਰਿਹਾ 3500 ਰੁਪਏ ਦੀ ਕੀਮਤ ਹੈ। ਠੀਕ ਤੇ ਮਤਲਬ ਕਿ ਜਿਹੜਾ ਸਾਡਾ ਲਾਹੌਰ ਦਫ਼ਤਰ ਹੈ ਜਾਂ ਜਿੱਥੇ ਸਾਡੇ ਦਫ਼ਤਰ ਨੇ ਜੀ। ਉਹ ਅਗਰ ਤੁਸੀਂ ਇਹਨਾਂ ਨੂੰ ਨੰਬਰ ਦੇ ਦੋਗੇ ਤੇ ਜ਼ਿੰਮੇਦਾਰ ਜਿਹੜੇ ਨੇ ਉਹਨੂੰ ਬਕਾਇਦਾ ਰਾਬਤਾ ਕਰਕੇ ਲੈ ਸਕਦੇ ਨਾਲ ਇਹਦਾ ਕੋਈ ਮੈਨੂਅਲ ਕੋਈ ਬਿਲਕੁਲ ਅਸੀਂ ਬਰੋਸ਼ਰ ਵੀ ਸਰ ਇਹਦੇ ਨਾਲ ਅਸੀਂ ਬਕਾਇਦਾ ਇਹਦਾ ਉਰਦੂ ਚ ਬਰੋਸ਼ਰ ਇਸ ਨਾਲ ਬਣਾਇਆ ਹੋਇਆ, ਠੀਕ ਤੇ ਅਸੀਂ ਉਹਨੂੰ ਫਿਰ ਨਾਲ ਹੀ ਜਿਹੜਾ ਸਾਨੂੰ ਕੋਈ ਆਰਡਰ ਆਉਂਦਾ ਜਦੋਂ ਅਸੀਂ ਇਹਨੂੰ ਮਤਲਬ ਕਿ ਦਿੰਨੇ ਆ ਤੇ ਨਾਲ ਅਸੀਂ ਬਰੋਸ਼ਰ ਵੀ ਨਾਲ ਦਿੰਨੇ ਆ। ਅੱਛਾ ਦੂਜਾ ਇਹ ਹੈ ਕਿ ਜਿਹੜੀ ਤੁਸੀਂ ਦੱਸਿਆ ਹੈ ਕਿ ਸਾਫ਼ ਪਾਣੀ ਜੀ ਪਾਣਾ ਹੈ, ਜੀ ਜੀ ਲੇਕਿਨ ਅਗਰ ਜ਼ਮੀਨ ਬਹੁਤ ਕਲਰਾਠੀ ਹੈ, ਬੜਾ ਮਤਲਬ ਹੈ ਕਿ ਉਹ ਜਿਹੜੀ ਹੈ ਸੋਡੇ ਕੇ ਜਾਂ ਸਲਾਈਨ ਸੋਡੇ ਕੇ ਜਿਹੜੀ ਸਵੀਅਰਲੀ ਉਹਦੇ ਚ ਇਹਦੇ ਰਿਜ਼ਲਟ ਜਿਹੜੇ ਨੇ ਇਫੈਕਟ ਕਰਦੇ ਉਹ ਨੇ। ਹੋ ਜਾਣਗੇ ਫੈਕਟ, ਕਿਉਂਕਿ ਬੇਸਿਕਲੀ ਥੱਲੇ ਇਹਦਾ ਹੈਗਾ ਪੋਰਸ ਕੱਪ, ਜੀ ਕਿ ਮਸਾਮ ਨੇ ਨਾ ਬੇਸਿਕਲੀ ਅਗਰ ਜਦੋਂ ਮਸਾਮ ਦੇ ਅਗਰ ਸਾਫ਼ ਰਹਿਣਗੇ ਉਹ ਪਾਣੀ ਦੀ ਇਨਲੈਟ ਇਨ ਆਊਟ ਹੋ ਰਹੀ ਹੈ, ਇਹਦੇ ਚ ਪਾਣੀ ਜਾ ਵੀ ਰਿਹਾ, ਅਗਰ ਜ਼ਿਆਦਾ ਸੈਚੂਰੇਸ਼ਨ ਹੋਗੀ ਤੇ ਪਾਣੀ ਕਰੇਗਾ ਵੀ ਸਹੀ, ਸੂਈ ਵਾਪਸ ਆ ਜਾਏਗੀ। ਯਾਨੀ ਅਗਰ ਉਹ ਮਸਾਮ ਜਿਹੜੇ ਨੇ ਹਾਂ। ਉਹ ਹੋ ਗਏ ਨੇ ਆਪਣਾ ਅਗਰ ਬੰਦ ਹੋ ਗਏ ਨੇ ਤੇ ਫਿਰ ਇਹ ਰੀਡਿੰਗ ਦੇਗਾ, ਮਤਲਬ ਜਿਹੜੀ ਹੈ ਔਰੇਂਜ ਦੇਗਾ। ਨਹੀਂ ਨਹੀਂ ਇਹ ਖਲੋ ਜਾਏਗਾ, ਰੀਡਿੰਗ ਦੇਗਾ ਨਹੀਂ। ਅੱਛਾ ਉਹਦੀ ਵਜ੍ਹਾ ਨਾਲ ਅਸੀਂ ਇਹ ਜਿਹੜਾ ਕੁਝ ਦੇਰ ਪਹਿਲਾਂ ਇਹ ਲਏ ਸੀ, ਜੀ ਜੀ ਲੈ ਕੇ ਤੇ ਉਹਨੂੰ ਕਾਟਨ ਏਰੀਆ ਮੀਆਂ ਚੰਨੂ ਏਰੀਆਜ਼ ਦੇ ਅੱਛਾ, ਵਿੱਚ ਦਿੱਤੇ। ਜੀ ਜੀ ਸਰ ਜਿਹੜੀ ਜ਼ਮੀਨ ਸੀ ਸਵੀਅਰ ਯਾਨੀ ਪ੍ਰੋਬਲਮ ਸਾਇਲ ਸਲਾਈਨ ਜਾਂ ਸਲਾਈਨ ਸੋਡੇ ਉਹਦੇ ਚ ਇਸ਼ੂ ਆਏ ਸੀ, ਆਇਆ ਸੀ ਲੇਕਿਨ ਉਹ ਤੁਸੀਂ ਹੁਣ ਮੇਰਾ ਖਿਆਲ ਹੈ ਇਹਨਾਂ ਨੂੰ ਐਡਰੈਸ ਕਰ ਲਿਆ ਜੀ ਜੀ ਤੇ ਉਸ ਦੇ ਵਿੱਚ ਉਹ ਬਰੋਸ਼ਰ ਚ ਇਹ ਇੰਡੀਕੇਟ ਹੁੰਦਾ ਹੈ ਕਿ ਬੜਾ ਐਕਸਲੈਂਟ ਹੈ। ਉਹਦਾ ਜਿਹੜਾ ਇਸ ਤਰ੍ਹਾਂ ਦੇ ਤੁਹਾਡੇ ਕੋਲ ਟੈਂਸ਼ਨੋਮੀਟਰਸ ਨੇ ਜਿਹੜੇ ਤੁਸੀਂ ਪਹਿਲਾਂ ਉੱਥੇ ਡਿਪਲੋਏ ਕੀਤੇ ਸੀ, ਹਾਂਜੀ ਉਹਨਾਂ ਦਾ ਸਰਾਮਿਕ ਕੱਪ ਸਿਰਫ ਅਗਰ ਤੁਸੀਂ ਚੇਂਜ ਕਰਾ ਲਓ, ਬੇਸ਼ੱਕ ਸਾਡੇ ਕੋਲ ਕਰਾ ਲਓ, ਅੱਛਾ ਤੇ ਉਹ ਸਿਰਫ ਸਪੇਅਰ ਪਾਰਟਸ ਮੌਜੂਦ ਇਹ ਬੜੀ ਅੱਛੀ ਗੱਲ ਹੈ ਕਿ ਜ਼ਿਮੀਂਦਾਰਾਂ ਵਾਸਤੇ ਜੀ ਜੀ ਜਿਹੜੀ ਬਿਲਕੁਲ ਹੈ ਹਾਂਜੀ ਉਹ ਮਤਲਬ ਕਰਦੇ ਆ। ਫਰਜ਼ ਕਰੋ ਇਹ ਕਿਸੇ ਵਜ੍ਹਾ ਤੋਂ ਟੁੱਟ ਵੀ ਜਾਂਦਾ ਹੈ, ਮਿਸ ਹੈਂਡਲਿੰਗ ਹੋ ਜਾਂਦੀ ਹੈ, ਤੇ ਉਹ ਤੁਹਾਡੇ ਜਿਹੜੇ ਦੁਬਾਰਾ ਤੋਂ 3000 ਖਰਚਣ ਦੀ ਜ਼ਰੂਰਤ ਨਹੀਂ। ਸਿਰਫ ceramic ਕੰਮ ਸਿਰਫ ਇਹਦਾ ਜਿਹੜਾ ਕਿਉਂਕਿ ਸੈਰਾਮਿਕ ਕੱਪ ਇਹਦਾ ਹੁੰਦਾ ਬੜਾ ਇੱਕ ਨਾਜ਼ੁਕ ਜਿਹਾ, ਉਹ ਕੇਅਰ ਬੜੀ ਜ਼ਰੂਰੀ ਹੈ। ਅਕਸਰ ਜਿਹੜੇ ਅਗਰ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਪਹਿਲੀ ਵਾਰੀ ਨਵਾਂ ਲੈ ਕੇ ਆਇਆ ਨਾ ਜੀ, ਇੰਸਟਾਲ ਕਰਦੇ ਕਰਦੇ ਇੱਕਦਮ, ਕਿਉਂਕਿ ਹਲਕਾ ਜਿਹਾ ਅਸੀਂ ਕਿਸੇ ਵੀ GI ਪਾਈਪ 1.5 ਇੰਚ ਦਾ ਪਾਈਪ ਉਹਦੇ ਨਾਲ ਅਸੀਂ ਜਿੱਥੇ ਵੀ ਫਸਲ ਚੇਂਜ ਤੇ ਅਸੀਂ ਲਾਣਾ ਚੇਂਜ ਤੇ ਅਸੀਂ ਉਹ GI ਪਾਈਪ ਨਾਲ ਸੁਰਾਖ ਕਰਾਂਗੇ, ਤੇ ਹੁੰਦਾ ਕੀ ਹੈ ਕਿ ਜੀ ਮੈਂ ਥੱਲੇ ਇਨਸਲਟ ਕਰ ਰਿਹਾ ਵਾਂ, ਹਲਕਾ ਜਿਹਾ ਵੀ ਜ਼ੋਰ ਲੱਗਾ, ਬੰਦਾ ਕਹਿੰਦਾ ਯਾਰ ਸਾਡਾ ਜਿਵੇਂ ਹੁੰਦਾ ਨਾ ਕਿ ਦਬਾਅ ਪਾਇਆ ਤੇ ਇਹਨੇ ਸੈਰਾਮਿਕ ਕੱਪ ਦਾ ਟੁੱਟ ਜਾਂਦਾ। ਉਹ ਬੜੀ ਇਹਦੀ ਕੇਅਰ ਜ਼ਰੂਰੀ ਹੈ। ਬਾਕੀ ਜੋ ਇੱਕ ਦਫਾ ਜ਼ਮੀਨ 'ਚ ਲੱਗ ਜਾਏ ਇਹ ਆਪਣੀ ਜਗ੍ਹਾ ਬਣਾ ਲੈਂਦਾ, ਸਟੇਬਲ ਹੋ ਜਾਂਦਾ, ਫਿਰ ਉਹਨੂੰ ਮਤਲਬ ਬਾਕੀ ਤੁਸੀਂ ਫਿਰ ਹਾਂ ਜਗ੍ਹਾ ਐਸੀ 'ਚ ਲਾਣਾ ਜਿੱਥੇ ਤੁਹਾਡਾ ਲਾਂਘਾ ਟਾਪਾ ਬੜਾ ਘੱਟ ਹੋਏ, ਟਰੈਕਟਰ ਨਾਲ ਉੱਥੋਂ ਗੁਜ਼ਰੇ, ਆਬਾਦੀ ਦੇ ਨਜ਼ਦੀਕ ਨਾ ਹੋਏ, ਕਿਉਂਕਿ ਆਬਾਦੀ ਬੱਚੇ ਹੁੰਦੇ ਨੇ, ਕੋਈ ਐਵੇਂ ਲੱਤ ਮਾਰ ਦੇਗਾ ਕਹੇਗਾ ਪਤਾ ਨਹੀਂ ਕੀ ਸ਼ਾਇਦ ਲੱਗੀ ਹੋਈ ਹੈ, ਕੋਈ ਜਾਨਵਰ ਉੱਥੋਂ ਨਾ ਗੁਜ਼ਰੇ, ਕਿ ਇਹ ਜਿਹੜੀ ਚੀਜ਼ਾਂ ਨੇ ਇਹਦੀਆਂ। ਹਾਂ ਅਗਰ ਜ਼ਰਾ ਜ਼ਿਆਦਾ ਸੇਫਟੀ ਕਰਨੀ ਫਿਰ ਕੋਈ ਥੋੜਾ ਬਹੁਤ ਉਹਦੇ ਆਲੇ ਦੁਆਲੇ ਕੋਈ ਸ਼ੈ ਕੋਈ ਬਣਾਤੀ, ਕੋਈ ਇੱਟਾਂ ਦਾ ਕੋਈ ਬਣਾਤਾ ਕਿ ਉਹਦਾ ਸੇਫ ਰਵੇ। ਉਮਰ ਸਾਹਿਬ ਇੱਕ ਵੀ ਕੰਜ਼ਰਵੇਸ਼ਨ ਟੈਕਨੀਕ ਹੈ ਜਿਹੜੀ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੋਏਗੀ ਅੰਗੂਰ ਦੇ ਬਾਗ ਵਿੱਚ, ਕਿ ਅਸੀਂ ਇੱਥੇ ਜਿਹੜੇ ਲਗਾਏ ਹੋਏ ਨੇ ਪੌਦੇ ਇਹ ਸਾਰੇ ਖਾਲ ਵਿੱਚ ਨੇ, ਤੇ ਅਸੀਂ ਉਸੇ ਖਾਲ ਵਿੱਚ ਪਾਣੀ ਜਿਹੜਾ ਨਾ ਉਹ ਉਹਨਾਂ ਨੂੰ ਦੇਈਦਾ। ਜਿਹੜੀ ਬਾਕੀ ਜਗ੍ਹਾ ਤੁਸੀਂ ਨਜ਼ਰ ਆ ਰਹੀ ਹੋਣੀ ਹੈ ਮੇਰੇ ਪਿੱਛੇ ਵੀ ਤੇ ਇਸ ਸਾਈਡ ਤੇ ਵੀ, ਇਹਦੇ ਤੇ ਅਸੀਂ ਜਿੱਥੇ ਚੱਲ ਰਹੇ ਹਾਂ ਇੱਥੇ ਉਸ ਤਰ੍ਹਾਂ ਹੀ ਘਾਹ ਮੌਜੂਦ ਹੈ, ਇਹ ਉਹਦੀ ਜਿਹੜੀ ਨਾ ਨਮੀ ਨੂੰ ਬਰਕਰਾਰ ਰੱਖਦਾ, ਤੇ ਤੁਹਾਡਾ ਪਾਣੀ ਵੀ ਸਿਰਫ ਖੇਲੀਆਂ 'ਚ ਲੱਗਦਾ, ਔਰ ਬੈੱਡ ਜਿਹੜਾ ਤੁਹਾਡਾ ਉਹ ਉੱਥੇ ਪਾਣੀ ਵੀ ਦੂਸਰਾ ਇਹਦਾ ਫਖਰ ਸਾਹਿਬ ਸਾਰੀ ਤੁਹਾਡੀ ਗੱਲ ਕੱਟੀ ਜੀ। ਦੂਜਾ ਜਿਹੜਾ ਨਾ ਫਰਜ਼ ਕਰੋ ਜਿਹੜੀ ਇਹ ਇੱਕ ਤੇ ਵੈਜੀਟੇਟਿਵ ਕਵਰ ਆ ਗਿਆ, ਜੀ ਜੀ ਸੈਕੰਡਲੀ ਜਿਹੜੀ ਬਾਰਿਸ਼ ਹੁੰਦੀ ਹੈ, ਬਾਰਿਸ਼ ਦਾ ਜਿਹੜਾ ਇੱਕ ਤੇ ਪਾਣੀ ਇੱਥੇ ਜਜ਼ਬ ਹੋ ਜਾਏਗਾ, ਰਨ ਆਫ ਵਾਟਰ ਜਿਹੜਾ ਹੈ ਉਹ ਇਧਰ ਜਾ ਸਕਦਾ, ਉਹ ਵੀ ਇੱਕ ਇਰੀਗੇਸ਼ਨ ਇਹਨੂੰ ਮਿਲ ਸਕਦੀ ਹੈ। ਤੀਸਰਾ ਇਹ ਹੈ ਕਿ ਇਹ ਅਗਰ 8 ਕਨਾਲ ਦੇ ਏਕੜ 'ਚ ਮੇਰਾ ਖਿਆਲ ਹੈ ਕਿ 1 ਕਨਾਲ ਜਾਂ 1.5 ਕਨਾਲ ਜਿਹੜਾ ਹੈ ਨਾ ਤੁਸੀਂ ਇਰੀਗੇਟ ਕਰ ਰਹੇ ਜੇ, ਬਾਕੀ ਤੁਹਾਡਾ ਬਚਦਾ। ਸੋ ਇਹ ਆਰਚਰਡਸ ਲਈ ਬਾਗਾਤ ਵਾਸਤੇ ਜਿਹੜਾ ਇਹ ਇੰਤਹਾਈ ਬਿਹਤਰੀਨ ਟੂਲ ਹੈ। ਇਹਨੂੰ ਅਸੀਂ ਆਪਣੇ ਇਸ ਜਿਹੜਾ ਸਾਡਾ ਕੋਲੈਬੋਰੇਸ਼ਨ ਹੈ ਸਾਵੀ ਦਾ ਔਰ ਆਪਣਾ PCRWR ਦਾ, ਇਸ ਤੋਂ ਅਸੀਂ ਮੁਖਤਲਿਫ ਫਾਰਮਰਸ ਦੀ ਕਪੈਸਿਟੀ ਬਿਲਡਿੰਗ ਲਈ, ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣ ਲਈ ਆਪਣੇ ਜਿਹੜੇ ਪ੍ਰੋਗਰਾਮਸ ਨੇ, ਮਸਲਨ ਸਾਵੀ ਸਵੇਰਾ ਹੈ, ਸਾਵੀ ਬੈਠਕ ਹੈ, ਗੱਪਸ਼ਪ ਹੈ, ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਅਸੀਂ ਸ਼ੇਅਰ ਕਰਾਂਗੇ। ਹੁਣ ਤੁਸੀਂ ਇਹ ਜਿਹੜੇ 2 ਸਰ
ਦਿਖਾਏ ਨੇ ਜਿਹੜੇ